ਔਰ ਲੌਰਾ ਮਰਟਨ ਦੇ ਪਾਪਾ ਕੀ ਸੀ, ਇੱਕ ਕਰਨਲ ਸੀ। ਓਕੇ, ਤਾਂ ਅਸੀਂ ਹੁਣ ਮਾਡਲ ਮਿਲੀਅਨਰ ਦੀ ਅੱਗੇ ਸਟੋਰੀ ਕਰਦੇ ਹਾਂ। ਜੋ ਐਲਨ ਟਰੈਵਰ ਸੀ, ਉਹ ਹਿਊਈ ਨੂੰ ਇੰਨਾ ਪਸੰਦ ਕਰਦਾ ਸੀ ਕਿ ਉਹ ਹਿਊਈ ਨੂੰ ਉਹਨੇ ਇੱਕ ਗੱਲ ਕਹਿ ਰੱਖੀ ਸੀ, ਤੂੰ ਕਿਸੇ ਵੀ ਟਾਈਮ ਮੇਰੇ ਸਟੂਡੀਓ ਆ ਜਾ, ਯੂ ਕੈਨ ਕਮ ਟੂ ਮਾਈ ਸਟੂਡੀਓ ਐਨੀ ਟਾਈਮ, ਦੇਰ ਇਜ਼ ਨੋ ਨੀਡ ਟੂ ਆਸਕ ਫॉर ਪਰਮਿਸ਼ਨ, ਕਿਉਂਕਿ ਉਹ ਇੱਕ ਫੇਮਸ ਪੇਂਟਰ ਹੈ, ਹਰ ਕੋਈ ਉਹਦੇ ਸਟੂਡੀਓ ਜਾਂਦਾ ਰਹੂਗਾ ਤਾਂ ਆਪਣਾ ਕੰਮ ਕਿੱਦਾਂ ਕਰੂਗਾ। ਲੇਕਿਨ ਹਿਊਈ ਅਸਕਨ ਉਹਦਾ ਇੰਨਾ ਫੇਵਰੇਟ ਸੀ ਕਿ ਉਹ ਹਿਊਈ ਨੂੰ ਕਹਿੰਦਾ ਸੀ ਕਿ ਮੇਰੇ ਸਟੂਡੀਓ ਕਿਸੇ ਵੀ ਟਾਈਮ ਆ ਜਾ। ਸੋ ਵਨ ਡੇ ਹਿਊਈ ਵਿਜ਼ਿਟਸ ਹਿਸ ਸਟੂਡੀਓ ਐਂਡ ਹੀ ਸੀਜ਼ ਅ ਬੈਗਰ ਐਜ਼ ਅ ਮਾਡਲ। ਤੁਹਾਨੂੰ ਪਤਾ ਹੋਣਾ ਕਿ ਪੇਂਟਰਸ ਆਪਣੇ ਸਾਹਮਣੇ ਨਾ ਮਾਡਲ ਨੂੰ ਖੜਾ ਕੇ ਪੇਂਟਿੰਗ ਕਰਦੇ ਆ। ਸੋ ਉੱਥੇ ਹਿਊਈ ਨੇ ਦੇਖਿਆ ਕਿ ਇੱਕ ਬਹੁਤ ਹੀ ਬੁੱਢਾ ਜਿਹਾ ਗਰੀਬ ਭਿਖਾਰੀ ਮਾਡਲ ਬਣਿਆ ਹੋਇਆ ਹੈ। ਸੋ ਹੀ ਵਾਜ਼ ਫੁੱਲ ਆਫ ਪਿਟੀ, ਉਹਨੂੰ ਇੰਨਾ ਤਰਸ ਆਇਆ। ਹੀ ਗੇਵ ਐਲਮਸ ਟੂ ਦ ਬੈਗਰ, ਉਸ ਭਿਖਾਰੀ ਨੂੰ ਕੀ ਦੇ ਦਿੰਦਾ ਹੈ, ਭੀਖ ਦੇ ਦਿੰਦਾ ਹੈ। ਉਹਦਾ ਇੰਨਾ ਦਿਲ ਦੁਖਦਾ ਹੈ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਹਿਊਈ ਅਨਇੰਪਲੋਇਡ ਹੈ, ਹੀ ਇਜ਼ ਨਾਟ ਵੈਰੀ ਰਿਚ। ਸੋ ਉਹਦੇ ਕੋਲ ਥੋੜੇ ਜਿਹੇ ਪੈਸੇ ਹੁੰਦੇ ਨੇ, ਉਹਨੇ ਕੀ ਦੇ ਦਿੰਦਾ, ਇਹਦਾ ਮਤਲਬ ਹੁੰਦਾ ਹੈ ਕਿ ਉਹਨੂੰ ਕੈਬ ਤੇ ਨਹੀਂ ਜਾ ਸਕਦਾ, ਉਹਨੂੰ ਪੈਦਲ ਜਾਣਾ ਪਊਗਾ, ਉਹਦਾ ਘਰ ਬਹੁਤ ਦੂਰ ਸੀ। ਪਰ ਉਹ ਇਸ ਗੱਲ ਨੂੰ ਵੀ ਮੰਨ ਜਾਂਦਾ ਹੈ। ਹਿਊਈ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ, ਹਾਲਾਂਕਿ ਅਨਇੰਪਲੋਇਡ ਹੈ। ਹੀ ਗੈਟਸ $250 ਫਰੋਮ ਹਿਜ਼ ਆਂਟ, ਕਿਸੇ ਆਂਟੀ ਤੋਂ ਉਹਨੂੰ ਹਰ ਮਹੀਨੇ $250 ਆਉਂਦੇ, ਏਦਾਂ ਗੁਜ਼ਾਰਾ ਚੱਲਦਾ ਉਹਦਾ। ਸੋ ਇਸ ਤਰ੍ਹਾਂ ਹਿਊਈ ਜਦੋਂ ਭੀਖ ਦੇ ਕੇ ਜਾਂਦਾ ਹੈ, ਲੇਟਰ ਔਨ ਟਰੈਵਰ ਟੈਲਸ ਹਿਮ ਦੈਟ ਹੀ ਵਾਜ਼ ਅ ਮਿਲੀਨੀਅਰ। ਜਿਹਨੂੰ ਤੂੰ ਭੀਖ ਦੇ ਆਇਆ, ਉਹ ਤਾਂ ਇੱਕ ਅਰਬਪਤੀ ਇਨਸਾਨ ਹੈ। ਹੀ ਇਜ਼ ਵਨ ਆਫ ਦ ਰਿਚੈਸਟ ਮੈਨ ਆਫ ਯੂਰਪ, ਯੂਰਪ ਦੇ ਸਭ ਤੋਂ ਅਮੀਰ ਆਦਮੀਆਂ ਚੋਂ ਇੱਕ ਹੈ। ਤੇ ਉਹਦੀ ਸ਼ਕਤੀ ਕਿੰਨੀ ਆ, ਪਾਵਰ ਕਿੰਨੀ ਆ। ਤਾਂ ਐਲਨ ਟਰੈਵਰ ਦੱਸਦਾ ਹੈ ਕਿ ਹੀ ਕੈਨ ਕਨਵਿੰਸ ਰਸ਼ੀਆ ਟੂ ਸਟਾਪ ਅ ਵਾਰ, ਅਗਰ ਰਸ਼ੀਆ ਕੋਈ ਵਾਰ ਕਰਨ ਜਾਵੇ, ਕੱਲੇ ਇਸ ਦੇ ਕਹਿਣ ਤੇ, ਇਸ ਕਰੋੜਪਤੀ ਦੇ ਕਹਿਣ ਤੇ ਉਹ ਵਾਰ ਬੰਦ ਹੋ ਸਕਦੀ ਹੈ। ਇੰਨਾ ਪਾਵਰਫੁਲ ਇਨਸਾਨ ਹੈ ਜਿਹਨੂੰ ਤੂੰ ਇੱਕ ਸਿੱਕਾ ਭੀਖ ਦੇ ਵਿੱਚ ਦੇ ਆਇਆ। ਹਿਜ਼ ਨੇਮ ਇਜ਼ ਬੈਰਨ ਹੌਸਬਰਗ। ਸੋ ਉਸ ਅਮੀਰ ਆਦਮੀ ਦਾ ਨਾਮ ਕੀ ਹੈ, ਬੈਰਨ ਹੌਸਬਰਗ। ਓਕੇ, ਨਾਓ ਬੈਰਨ ਹੌਸਬਰਗ, ਤਾਂ ਹੀ ਸੋਚਦਾ ਹੈ ਕਿ ਬੈਰਨ ਹੌਸਬਰਗ ਨਾਰਾਜ਼ ਹੋ ਗਿਆ ਹੋਣਾ। ਹੀ ਮਸਟ ਬੀ ਐਂਗਰੀ ਵਿਦ ਮੀ ਕਿ ਮੈਂ ਇੰਨੇ ਵੱਡੇ ਅਮੀਰ ਤੇ ਇਨਫਲੂਐਂਸ਼ੀਅਲ ਆਦਮੀ ਨੂੰ ਇੰਨੀ ਭੀਖ ਦਿੱਤੀ। ਬਟ it is just the opposite. A person comes from Baron Hosberg's office and he gives Huey a check and also a job offer. ਤਾਂ ਬੈਰਨ ਹੌਸਬਰਗ ਹਿਊਈ ਨੂੰ ਇੱਕ ਚੈੱਕ ਭੇਜਦਾ ਹੈ ਔਰ ਇੱਕ ਜੌਬ ਆਫਰ ਭੇਜਦਾ ਹੈ। ਚੈੱਕ ਦੇ ਐਨਵਲਪ ਦੇ ਬਾਹਰ ਕੀ ਲਿਖਿਆ, ਕਈ ਵਾਰੀ ਤੁਹਾਨੂੰ ਪੁੱਛ ਲੈਂਦੇ ਨੇ ਕਿ what was written on the outside of that envelope. It was written a wedding present for Huey Erskine and Laura Merton. ਹਿਊਈ ਅਸਕਨ ਤੇ ਲੌਰਾ ਮਰਟਨ ਦੇ ਵਿਆਹ ਦਾ ਤੋਹਫਾ ਹੈ। ਤੇ ਉਸ ਦੇ ਅੰਦਰ ਕੀ ਹੈ, what was inside the envelope, there was a check of 10,000 pounds. ਹੁਣ ਤੁਹਾਨੂੰ ਯਾਦ ਹੈ ਨਾ ਸ਼ਰਤ ਕੀ ਸੀ ਕਿ 10,000 ਪਾਉਂਡਸ ਹੋਣੇ ਚਾਹੀਦੇ ਹਿਊਈ ਕੋਲ, ਔਰ ਹਿਊਈ ਕੋਲ ਉਹ 10,000 ਪਾਉਂਡਸ ਆ ਗਏ, ਸ਼ਰਤ ਪੂਰੀ ਹੋ ਗਈ। ਕਰਨਲ ਨੂੰ ਹਿਊਈ ਪਹਿਲੇ ਹੀ ਪਸੰਦ ਸੀ, ਸੋ ਵੈਡਿੰਗ ਹੁੰਦੀ ਆ ਉਹਨਾਂ ਦੀ। ਸੋ ਸਿਰਫ ਗਿਫਟ ਹੀ ਨਹੀਂ ਦਿੱਤਾ ਬੈਰਨ ਹੌਸਬਰਗ ਨੇ, ਉਹਨਾਂ ਦੀ ਵੈਡਿੰਗ ਤੇ ਆ ਕੇ ਸਪੀਚ ਵੀ ਦਿੱਤੀ। ਔਰ ਉਹਨਾਂ ਦੀ ਸ਼ਾਨ ਦੇ ਵਿੱਚ ਐਲਨ ਟਰੇਵਰ ਕੀ ਕਹਿੰਦੇ ਨੇ ਕਿ ਆਈ ਹੈਵ ਸੀਨ ਮੈਨੀ models who are millionaires but I have seen model millionaire for the first time. ਉਹ ਕਹਿੰਦਾ ਕਿ ਮੈਂ ਇਹੋ ਜਿਹੇ ਮਾਡਲਸ ਤਾਂ ਬਹੁਤ ਦੇਖੇ ਨੇ ਜਿਹੜੇ ਕਰੋੜਪਤੀ ਸੀ, ਉਹਨਾਂ ਨੇ ਮਾਡਲਿੰਗ ਕੀਤੀ ਤੇ ਆਪਣੀ ਪੇਂਟਿੰਗ ਬਣਵਾਈ, ਲੇਕਿਨ ਮੈਂ ਇਹੋ ਜਿਹਾ ਕਰੋੜਪਤੀ ਪਹਿਲੀ ਵਾਰ ਦੇਖਿਆ ਜਿਹੜਾ ਆਪਣੇ ਆਪ ਦੇ ਵਿੱਚ ਦੂਸਰਿਆਂ ਲਈ ਇੱਕ ਆਦਰਸ਼ ਹੈ ਕਿ ਇੱਕ ਕਰੋੜਪਤੀ ਨੂੰ ਕਿਸੇ ਗਰੀਬ ਇਨਸਾਨ ਦੀ ਮਦਦ ਕਰਨੀ ਚਾਹੀਦੀ। ਸੋ ਚੈਪਟਰ ਸਮਝ ਆ ਗਿਆ ਕਲਾਸ? ਦ ਪੰਜ ਪਰਮੇਸ਼ਵਰ ਸਾਰਾ ਗੁਰਜੰਟ ਸਰ ਨੇ ਡੀਟੇਲ ਦੇ ਵਿੱਚ ਕਰਵਾਇਆ ਤੁਹਾਨੂੰ, ਤੁਸੀਂ ਕਲਾਸਿਸ ਲਗਾਉਣੀਆਂ ਸੀ, ਤੁਹਾਨੂੰ ਲਗਾਤਾਰ ਜ਼ੂਮ ਲਿੰਕਸ ਭੇਜੇ ਗਏ ਸੀ, ਉਹਦੇ ਵਿੱਚ ਸਾਰਾ ਇੱਕ ਇੱਕ ਅੱਖਰ ਸਮਝਾਇਆ ਉਹਨਾਂ ਨੇ। ਆਈ ਹੋਪ ਕਿ ਤੁਸੀਂ ਕਲਾਸਿਸ ਲਾਈਆਂ ਹੋਣੀਆਂ। ਹਾਂਜੀ, ਵੈਰੀ ਗੁੱਡ। ਸੋ ਜੈਂਡਰ ਬਾਇਸ ਤੇ ਆ ਜਾਓ। ਟੈਲ ਮੀ what were the words written on the board that made ਸੁਧਾ ਮੂਰਤੀ very very angry? ਕਿਹੜੇ ਸ਼ਬਦਾਂ ਨੂੰ ਪੜ੍ਹ ਕੇ ਸੁਧਾ ਮੂਰਤੀ, ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ, ਇਹਨੂੰ ਪੜ੍ਹਦੇ ਸਾਰ ਹੀ ਸੁਧਾ ਮੂਰਤੀ ਨੂੰ ਨਾਰਾਜ਼ਗੀ ਹੋ ਗਈ। ਓਕੇ, ਟੈਲ ਮੀ ਹਾਊ ਵਾਜ਼ ਦ ਲਾਈਫ ਆਫ ਸੁਧਾ ਮੂਰਤੀ ਇਨ ਦ ਹੋਸਟਲ? ਗੁਰਜੰਟ ਤੁਸੀਂ ਨਾ ਬੋਲਿਓ, ਇਹਨਾਂ ਨੂੰ ਦੂਸਰਿਆਂ ਨੂੰ ਬੋਲਣ ਦਿਓ। ਗੁਰਜੰਟ ਇਜ਼ ਅ ਟੀਚਰ। ਹਾਂਜੀ, ਬਾਕੀ ਬੱਚੇ ਬੋਲੋ ਬੇਟੇ।
ਸੁਧਾ ਮੂਰਤੀ ਦੀ ਲਾਈਫ ਕਾਲਜ ਦੇ ਵਿੱਚ ਕਿਹੋ ਜਿਹੀ ਸੀ? Very good. And how many girl students were there in her batch? ਸੁਧਾ ਮੂਰਤੀ ਦੇ ਹਾਂ, ਸੁਧਾ ਮੂਰਤੀ was the only girl doing MTech computer science. What did she want to do after MTech? Good, in America. Okay, now come to the portrait of a lady. Now, first of all, the writer Khushwant Singh. Second thing, what was the relationship of the author with that lady? जिस lady ਦੀ ਗੱਲ ਕੀਤੀ ਗਈ ਹੈ ਉਹਦੇ ਨਾਲ ਕੀ relationship ਸੀ author ਦਾ? ਹਮ ਹਾਂਜੀ, grandson. ਹਾਂਜੀ, she was his her oh ਮੈਨੂੰ ਵੀ ਉਲਝਾਤਾ she was his grandmother, ਲੇਖਕ ਦੀ ਦਾਦੀ ਸੀ। ਨਾ grandmother ਦਾ character sketch ਬੜਾ important ਹੁੰਦਾ ਹੈ। ਉਸ ਦੇ ਵਿੱਚ ਤੁਸੀਂ ਹੁਣ ਕਿਉਂਕਿ ਹੁਣ word limit ਘੱਟ ਗਈ, ਅਗਰ ਥੋੜ੍ਹੀਆਂ ਜਿਹੀਆਂ 5-7 lines ਵੀ ਲਿਖ ਦੋਗੇ ਤਾਂ ਤੁਸੀਂ score ਕਰ ਜਾਓਗੇ 3 marks। ਸੋ note down ਕਰ ਲਓ। First of all ਤੁਸੀਂ appearance ਦੱਸੋਗੇ। The grandmother was short and stouty, ਥੋੜਾ ਭਾਰਾ ਸਰੀਰ ਸੀ, ਕੱਦ ਛੋਟਾ ਸੀ। She had a little stoop in her back, ਉਸਦੀ ਪਿੱਠ ਦੇ ਵਿੱਚ ਥੋੜਾ ਜਿਹਾ ਕੁੱਬ ਸੀ। In one hand she held rosary, while the other hand was on her waist to keep balance. ਉਸਦੇ ਇੱਕ ਹੱਥ ਦੇ ਵਿੱਚ ਮਾਲਾ ਹੁੰਦੀ ਸੀ, ਜਦੋਂ ਕਿ ਦੂਸਰੇ ਹੱਥ ਦੇ ਵਿੱਚ ਉਹ ਕੀ ਕਰਦੇ ਸੀ? ਦੂਸਰੇ ਹੱਥ ਦੇ ਵਿੱਚ ਉਹਨਾਂ ਦੇ ਹਮੇਸ਼ਾ ਉਹਨਾਂ ਦਾ ਹੱਥ ਉਹਨਾਂ ਦੀ ਪਿੱਠ ਤੇ ਹੁੰਦਾ ਸੀ ਤਾਂ ਕਿ ਬੈਲੈਂਸ ਬਣਿਆ ਰਹੇ। ਓਕੇ, ਉਸ ਤੋਂ ਬਾਅਦ ਦਾਦੀ ਮਾਂ ਬਾਰੇ ਅਸੀਂ ਦੱਸਾਂਗੇ। ਸ਼ੀ ਵਾਜ਼ ਕਾਮ ਐਂਡ ਪੀਸਫੁਲ, ਬਹੁਤ ਹੀ ਸ਼ਾਂਤ ਸੁਭਾਅ ਸੀ। ਸ਼ੀ ਆਲਵੇਜ਼ ਵੋਰ ਕਲੀਨ ਵਾਈਟ ਕਲੋਥਸ, ਉਹਨਾਂ ਦੇ ਕੱਪੜੇ ਬਿਲਕੁਲ ਸਪੌਟਲੈਸ ਵਾਈਟ, ਹਮੇਸ਼ਾ ਸਾਫ਼ ਕੱਪੜੇ ਹੁੰਦੇ ਸੀ। ਫਿਰ ਆਪਾਂ ਉਹਨਾਂ ਦੀ ਕੁਆਲਿਟੀ ਦੱਸਾਂਗੇ ਕਿ ਉਹ ਬਹੁਤ ਹੀ ਲਵਿੰਗ ਤੇ ਕੇਅਰਿੰਗ ਸੀ। ਸ਼ੀ ਵਾਜ਼ ਵੈਰੀ ਲਵਿੰਗ ਐਂਡ ਕੇਅਰਿੰਗ ਫॉर द author, and she also fed dogs in the village and she fed sparrows in the city. ਪਿੰਡ ਦੇ ਵਿੱਚ ਉਹ ਡੌਗਸ ਨੂੰ ਰੋਟੀਆਂ ਪਾਉਂਦੇ ਹੁੰਦੇ ਸੀ ਤੇ ਸ਼ਹਿਰ ਦੇ ਵਿੱਚ ਸਪੈਰੋਜ਼ ਨੂੰ ਚੋਗਾ ਪਾਉਂਦੇ ਹੁੰਦੇ ਸੀ। She was a silent woman. She was not very talkative. ਜ਼ਿਆਦਾ ਬੋਲਦੀ ਨਹੀਂ ਸੀ, ਚੁੱਪਚਾਪ ਆਪਣੇ ਕੰਮ 'ਚ ਲੱਗੇ ਰਹਿੰਦੇ ਸੀ। She always uttered a silent prayer. ਹਮੇਸ਼ਾ ਉਹ ਆਪਣੇ ਮੂੰਹ ਦੇ ਵਿੱਚ ਇੱਕ ਪ੍ਰਾਰਥਨਾ ਕਰਦੇ ਰਹਿੰਦੇ ਹੁੰਦੇ ਸੀ। But she felt lonely, ਪਰ ਉਹ ਹਮੇਸ਼ਾ ਲੋਨਲੀ ਫੀਲ ਕਰਦੀ ਸੀ। And her loneliness was shared by the sparrows. So sparrows were her only friends till the last breath. ਤਾਂ ਉਹਨਾਂ ਦੀ ਇਕਾਂਤ ਦੇ ਵਿੱਚ ਕੌਣ ਉਹਨਾਂ ਦਾ ਦੋਸਤ ਹੁੰਦਾ ਸੀ? ਚਿੜੀਆਂ। ਚਿੜੀਆਂ ਹੀ ਉਹਨਾਂ ਦੀਆਂ ਅੰਤ ਤੱਕ ਦੋਸਤ ਰਹੀਆਂ। ਸਮਝ ਆ ਗਿਆ ਬੇਟੇ? ਲਿਬਰਟੀ ਐਂਡ ਡਿਸਿਪਲਨ। ਲਿਬਰਟੀ ਐਂਡ ਡਿਸਿਪਲਨ ਦੇ ਵਿੱਚ ਇੱਕ ਤਾਂ ਰਿਲੇਸ਼ਨਸ਼ਿਪ ਬਹੁਤ ਇੰਪੋਰਟੈਂਟ ਹੈ। ਵਾਟ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਲਿਬਰਟੀ ਐਂਡ ਡਿਸਿਪਲਨ? ਆਜ਼ਾਦੀ ਤੇ ਅਨੁਸ਼ਾਸਨ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ? ਨੰਬਰ 1, ਇੱਕ ਲਾਈਨ ਤੁਸੀਂ ਯਾਦ ਰੱਖਣੀ ਹੈ, ਟਰੂ ਫਾਲਸ ਦੇ ਵਿੱਚ ਵੀ ਆ ਜਾਂਦੀ ਹੁੰਦੀ ਹੈ। that discipline is a restraint on liberty. This is true, ਕਿ ਜਿਹੜਾ ਅਨੁਸ਼ਾਸਨ ਹੁੰਦਾ ਹੈ ਉਹ ਆਜ਼ਾਦੀ ਤੇ ਥੋੜੀ ਜਿਹੀ ਰੋਕ ਲੱਗਦੀ ਹੈ ਫੇਰ ਹੀ ਪੈਦਾ ਹੁੰਦਾ ਹੈ। ਹੁਣ ਜੇ ਕਈ ਵਾਰ ਰਿਲੇਸ਼ਨਸ਼ਿਪ ਪੁੱਛ ਲਿਆ ਜਾਵੇ, the relationship between liberty and discipline is very very important. Liberty is not possible without discipline, although discipline is possible without liberty. ਅਗਰ ਅਸੀਂ ਚਾਹੁੰਦੇ ਹਾਂ ਕਿਸੇ ਦੇ ਸਖਤੀ ਨਾਲ ਅਨੁਸ਼ਾਸਨ ਲਗਾਤਾ, ਅਸੀਂ ਬਿਲਕੁਲ ਵੀ ਉਹਨੂੰ ਆਜ਼ਾਦੀ ਨਹੀਂ ਦਿੱਤੀ, ਤਾਂ ਅਨੁਸ਼ਾਸਨ ਤਾਂ ਹੋ ਗਿਆ। ਲੇਕਿਨ ਅਗਰ ਅਸੀਂ ਇਹ ਕਹੀਏ ਕਿ ਅਨੁਸ਼ਾਸਨ ਹੋਵੇ ਹੀ ਨਾ ਤੇ ਆਜ਼ਾਦੀ ਹੋਵੇ, ਇਹ ਕਦੀ ਵੀ ਨਹੀਂ ਹੁੰਦਾ। ਕਿਉਂਕਿ ਅਗਰ ਅਸੀਂ ਆਜ਼ਾਦ ਰਹਿਣਾ ਚਾਹੁੰਦੇ ਹਾਂ ਤਾਂ ਉੱਥੇ ਅਨੁਸ਼ਾਸਨ ਦਾ ਹੋਣਾ ਬਹੁਤ ਜ਼ਰੂਰੀ ਹੈ। ਮੰਨ ਲਓ ਹੁਣ ਗਵਰਨਮੈਂਟ ਹੁਣੀ ਸਾਨੂੰ ਸਾਰਿਆਂ ਨੂੰ ਆਜ਼ਾਦੀ ਦੇ ਦੇ, ਸਾਰੇ ਨਿਯਮ ਕਾਨੂੰਨ ਖਤਮ ਕਰ ਦੇ, ਤਾਂ ਲੋਕ ਇੱਕ ਦੂਸਰੇ ਨੂੰ ਲੁੱਟ ਪੁੱਟ ਕੇ ਮਾਰ ਦੇਣਗੇ। ਸੋ ਆਜ਼ਾਦੀ ਥੋੜੀ ਨਾ ਹੋਈ, ਫਿਰ ਅਸੀਂ ਘਰੋਂ ਬਾਹਰ ਵੀ ਨਹੀਂ ਨਿਕਲ ਸਕਾਂਗੇ, ਡਰਾਂਗੇ ਜੇ ਇੰਨੀ ਲੁੱਟਾਂ ਖੋਹਾਂ ਹੋਣ ਲੱਗ ਗਈਆਂ। ਸੋ ਡਿਸਿਪਲਨ ਬਿਨਾਂ ਕਦੇ ਵੀ ਲਿਬਰਟੀ ਪੋਸੀਬਲ ਨਹੀਂ ਹੁੰਦੀ।
ਗੁੱਡ ਇਵਨਿੰਗ। ਓਕੇ, ਇੱਕ ਇਸ ਦੇ ਰਾਈਟਰ ਯਾਦ ਰੱਖਣੇ ਆ, ਸਰ ਵਿਲੀਅਮ ਸਲਿਪ। ਨਾਓ ਅ ਪ੍ਰੈਜ਼ੀਡੈਂਟ ਸਪੀਕਸ, ਇਸ ਦੇ ਵਿੱਚੋਂ ਬੜੇ ਇੰਪੋਰਟੈਂਟ ਕੁਐਸਚਨਸ ਬਣਦੇ ਨੇ। ਇੱਕ ਤਾਂ ਇਹ ਕਿ ਸਪੀਚ ਕਿਸ ਦੀ ਹੈ, ਅਸੀਂ ਪਹਿਲੇ ਵੀ ਕਰ ਲਿਆ ਇਹ, ਡਾਕਟਰ APJ ਅਬਦੁਲ ਕਲਾਮ। ਹਾਂਜੀ। ਸੈਕਿੰਡ ਕੁਐਸਚਨ ਇਸ ਦੇ ਵਿੱਚੋਂ ਇੰਪੋਰਟੈਂਟ ਇਹ ਬਣਦਾ, ਵਟ ਵਾਜ਼ ਦਾ ਫਰਸਟ ਵਿਜ਼ਨ ਆਫ ਅਬਦੁਲ ਕਲਾਮ ਫॉर ਇੰਡੀਆ। ਫਰਸਟ ਵਿਜ਼ਨ ਕੀ ਸੀ ਬੇਟੇ ਅਬਦੁਲ ਕਲਾਮ ਜੀ ਦਾ? ਫਰੀडम। ਤੇ ਉਹਨਾਂ ਨੇ ਕਿਹਾ ਸੀ ਕਿ if you look at the history of 3000 years of India, India has never attacked any country, but we have been invaded by almost all the countries over the world. So we know the value of freedom. So my first dream for India is freedom. ਉਹ ਕਹਿੰਦੇ ਸਾਨੂੰ ਆਜ਼ਾਦੀ ਦੀ ਕੀਮਤ ਪਤਾ ਹੈ, ਅਸੀਂ ਕਿਸੇ ਤੇ ਹਮਲਾ ਨਹੀਂ ਕੀਤਾ ਪਰ ਸਾਡੇ ਤੇ ਸਭ ਨੇ ਹਮਲਾ ਕੀਤਾ, ਇਸ ਲਈ ਮੇਰਾ ਫਰਸਟ ਇੰਡੀਆ ਲਈ ਖਾਬ ਕੀ ਹੈ? ਆਜ਼ਾਦੀ। ਫਰੀडम ਕਿਸ ਕਿਸ ਚੀਜ਼ ਤੋਂ? ਫਰੀडम ਫਰੋਮ ਵਾਂਟ, ਕੁੱਲੀ ਗੁੱਲੀ ਤੇ ਜੁੱਲੀ ਦੀ ਚਿੰਤਾ ਤੋਂ ਆਜ਼ਾਦੀ ਹੋਣੀ ਚਾਹੀਦੀ ਹੈ ਇਨਸਾਨ ਨੂੰ। ਹੁਣ ਕਿਸਾਨਾਂ ਦਾ ਅੰਦੋਲਨ ਹੋ ਰਿਹਾ, ਉਹਦੇ ਵਿੱਚ ਉਹਨਾਂ ਨੂੰ ਕੀ ਹੈ, ਕਿਸ ਚੀਜ਼ ਦੀ ਫਿਕਰ ਹੈ ਕਿ ਸਾਡੀ ਪਤਾ ਨਹੀਂ ਬੇਸਿਕ ਨੀਡਸ ਪੂਰੀਆਂ ਹੋਣਗੀਆਂ ਕਿ ਨਹੀਂ, ਇਸ ਫਿਕਰ ਦੇ ਵਿੱਚੋਂ ਅੰਦੋਲਨ ਕਰ ਰਹੇ ਨੇ। ਤਾਂ ਅਬਦੁਲ ਕਲਾਮ ਜੀ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਟੈਨਸ਼ਨਾਂ ਤੋਂ ਹਰ ਇਨਸਾਨ ਆਜ਼ਾਦ ਹੋਣਾ ਚਾਹੀਦਾ, ਉਹਨੂੰ ਇਸ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ। ਦੇयर ਸ਼ੁੱਡ ਬੀ ਫਰੀडम ਆਫ ਸਪੀਚ, ਸਾਨੂੰ ਕੁਝ ਵੀ ਬੋਲਣ ਦੀ ਫਰੀडम ਹੋਣੀ ਚਾਹੀਦੀ ਹੈ। ਵੀ ਸ਼ੁੱਡ ਹੈਵ ਅ ਫਰੀडम ਟੂ ਅਡਾਪਟ ਐਨੀ ਪ੍ਰੋਫੈਸ਼ਨ, we should have a freedom to adopt any religion, we should have a freedom to go anywhere। ਕਿਤੇ ਵੀ ਜਾਣ ਦੀ, ਕੁਝ ਵੀ ਬੋਲਣ ਦੀ, ਕੋਈ ਵੀ ਧਰਮ ਮੰਨਣ ਦੀ, ਕੋਈ ਵੀ ਕੰਮ ਕਰਨ ਦੀ ਸਾਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। what was Kalam's second vision for India? Yeah, exactly. His second vision for India is development. Okay, third vision ਦੱਸੋ ਜੀ, what was Abdul Kalam's third vision for India? Stand up against the world। His third vision for India is to stand up against the world। ਵਿਸ਼ਵ ਦੇ ਸਾਹਮਣੇ ਉਹ ਕਹਿੰਦੇ ਕੌਨਫੀਡੈਂਸ ਨਾਲ ਖੜੇ ਹੋਵੋ, ਤੁਸੀਂ ਹਰ ਜਗ੍ਹਾ ਤੇ ਆਪਣੇ ਆਪ ਨੂੰ ਘੱਟ ਕਿਉਂ ਮੰਨਦੇ ਹੋ। ਫਿਰ ਉਹਨਾਂ ਨੇ ਸਾਨੂੰ ਕੀ ਦੱਸਿਆ, ਇੰਡੀਆ ਇਜ਼ ਅਮੰਗ the top dash nations of the world। ਕਿੰਨੀਆਂ ਟੌਪ ਦੀਆਂ ਨੇਸ਼ਨਸ ਦੇ ਵਿੱਚ ਇੰਡੀਆ ਆਉਂਦਾ ਹੈ? top 5 nations। Yes, then he says that India ranks dash in milk production। ਦੁੱਧ ਦੇ ਉਤਪਾਦਨ ਚ ਇੰਡੀਆ ਦਾ ਰੈਂਕ ਕੀ ਹੈ? ਫਰਸਟ। India ranks dash in remote sensing satellite। ਹਾਂਜੀ, ਰਿਮੋਟ ਫਰਸਟ। ਸੋ ਦੋ ਚੀਜ਼ਾਂ ਚ ਅਸੀਂ ਵਰਲਡ ਚੋਂ ਫਰਸਟ ਆ, ਕਿੰਨੀ ਵੱਡੀ ਗੱਲ ਹੈ ਕਿ ਸਾਰੇ ਵਰਲਡ ਦੇ ਦੁੱਧ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਇੰਡੀਆ। ਜਿੰਨੇ ਰਿਮੋਟ ਸੈਂਸਿੰਗ ਸੈਟੇਲਾਈਟ ਬਣ ਰਹੇ ਨੇ ਉਸ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਇੰਡੀਆ। ਤਾਂ ਹੁਣ ਕਿਸਾਨੀ ਵੀ ਸਾਡੀ ਕੋਈ ਪਿੱਛੇ ਨਹੀਂ ਹੈਗੀ। ਇਨ ਕੇਸ ਆਫ ਰਾਈਸ ਐਂਡ ਵੀਟ ਵੀ ਆਰ ਸੈਕਿੰਡ ਇਨ ਦ ਵਰਲਡ। ਚਾਵਲ ਤੇ ਕਣਕ ਦੇ ਉਤਪਾਦਨ ਦੇ ਵਿੱਚ ਸਾਡਾ ਸੈਕਿੰਡ ਰੈਂਕ ਹੈ। ਸੋ ਕੀ ਕਹਿਣਾ ਚਾਹ ਰਹੇ ਨੇ, ਉਹ ਇਹ ਕਹਿਣਾ ਚਾਹ ਰਹੇ ਨੇ ਕਿ ਇਨ ਟਰਮਸ ਆਫ GDP ਵੀ ਆਰ ਇਨ ਟੌਪ 5 ਨੇਸ਼ਨਸ। GDP ਮਤਲਬ ਐਨੂਅਲ ਇਨਕਮ ਅਗਰ ਸਾਡੀ ਦੇਖੀ ਜਾਵੇ ਤਾਂ ਅਸੀਂ ਦੁਨੀਆ ਦੇ 5 ਬੈਸਟ ਦੇਸ਼ਾਂ 'ਚ ਹਾਂ। ਮਿਲਕ ਪ੍ਰੋਡਕਸ਼ਨ ਸੈਟੇਲਾਈਟ ਦੇ ਵਿੱਚ ਫਰਸਟ, ਰਾਈਸ ਵੀਟ ਦੇ ਵਿੱਚ ਸੈਕਿੰਡ। ਯਾਨੀ ਕਿ ਖਾਣ ਪੀਣ ਲਈ ਵੀ ਸਾਡੇ ਕੋਲ ਬਹੁਤ ਹੈ, ਟੈਕਨੋਲੋਜੀ ਵੀ ਬਹੁਤ ਹੈ, ਔਰ ਸਾਡੇ ਕੋਲ ਇਨਕਮ ਵੀ ਬਹੁਤ ਹੈ। ਫਿਰ ਵੀ ਅਸੀਂ ਦੂਸਰੇ ਕੰਟਰੀਜ਼ ਨੂੰ ਵਧੀਆ ਮੰਨ ਕੇ ਉੱਥੇ ਚਲੇ ਜਾਂਦੇ ਹਾਂ। ਫਿਰ ਵੀ ਅਸੀਂ ਇੰਡੀਆ ਨੂੰ ਜਿਹੜਾ ਹੈ ਉਹ ਹਮੇਸ਼ਾ ਮਾੜਾ ਕਹਿੰਦੇ ਹਾਂ, ਦੂਸਰੇ ਕੰਟਰੀਜ਼ ਨੂੰ ਵਧੀਆ ਕਹਿੰਦੇ ਹਾਂ। ਤਾਂ ਉਹ ਕਹਿੰਦੇ ਕਿ ਡਿਫਰੈਂਸ ਇੱਥੇ ਪੈ ਜਾਂਦਾ ਹੈ, ਵੈਨ ਯੂ ਆਰ ਇਨ ਇੰਡੀਆ ਯੂ ਡੋਂਟ ਫੋਲੋ ਦ ਰੂਲਸ, ਬਟ ਵੈਨ ਯੂ ਗੋ ਟੂ ਦ ਅਦਰ ਕੰਟਰੀਜ਼ ਯੂ ਫੋਲੋ ਐਵਰੀ ਰੂਲ ਐਂਡ ਯੂ ਪ੍ਰੇਜ਼ ਦੋਜ਼ ਕੰਟਰੀਜ਼। ਇੰਡੀਆ 'ਚ ਤੁਸੀਂ ਆਪ ਹੀ ਕਾਨੂੰਨ ਤੋੜ ਦਿੰਦੇ ਹੋ ਤੇ ਇੰਡੀਆ ਨੂੰ ਬੁਰਾ ਕਹਿਣ ਲੱਗ ਜਾਂਦੇ ਹੋ, ਉੱਥੇ ਜਾ ਕੇ ਤੁਸੀਂ ਆਪ ਹੀ ਕਾਨੂੰਨ ਉਹਨਾਂ ਦੇ ਮੰਨਣ ਲੱਗ ਜਾਂਦੇ ਹੋ ਤੇ ਉਹਨਾਂ ਕੰਟਰੀਜ਼ ਨੂੰ ਵਧੀਆ ਕਹਿਣ ਲੱਗ ਜਾਂਦੇ ਹੋ। ਇਸ 'ਚੋਂ ਇੱਕ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਵਟ ਡੂ ਵੀ ਵਾਂਟ ਫਰੋਮ ਦ ਰੇਲਵੇਜ਼। ਰੇਲਵੇਜ਼ ਤੋਂ ਅਸੀਂ ਕੀ ਚਾਹੁੰਦੇ ਹਾਂ ਕਿ ਰੇਲਵੇ ਸਾਨੂੰ ਕੀ ਦੇਣ? ਹਾਂਜੀ। ਹਾਂਜੀ, ਯੈਸ ਯੈਸ ਯੈਸ, ਕਲੀਨ ਵਾਸ਼ਰੂਮਸ। ਅਸੀਂ ਚਾਹੁੰਦੇ ਹਾਂ ਕਿ ਰੇਲਵੇ ਸਾਨੂੰ ਵਾਸ਼ਰੂਮ, ਕਲੀਨ ਵਾਸ਼ਰੂਮਸ ਦੇ, ਲੇਕਿਨ ਅਸੀਂ ਖੁਦ ਹੀ ਉਹਨਾਂ ਵਾਸ਼ਰੂਮਸ ਨੂੰ ਖਰਾਬ ਕਰ ਦਿੰਦੇ ਹਾਂ। ਚਲੋ ਨੈਕਸਟ, ਦ ਅਰਥ ਇਜ਼ ਨਾਟ ਆਵਰਸ। ਇਹ ਪ੍ਰੋਵਰਬ ਕਿੱਥੋਂ ਦਾ ਪ੍ਰੋਵਰਬ ਹੈ? ਦ ਅਰਥ ਇਜ਼ ਨਾਟ ਆਵਰਸ, ਇਟ ਇਜ਼ ਅ ਗਿਫਟ ਫॉर ਦ ਕਮਿੰਗ ਜਨਰੇਸ਼ਨਸ। ਅਫਰੀਕਨ ਹੈ, ਇੰਡੀਅਨ ਹੈ, ਅमेरिकन है या डच है?
ਹਾਂਜੀ, ਕਿੱਥੋਂ ਦਾ ਪ੍ਰੋਵਰਬ ਹੈ the earth is not ours? it is an African proverb। ਹਾਂਜੀ, ਅਫਰੀਕਨ ਪ੍ਰੋਵਰਬ ਅਫਰੀਕਾ ਦਾ ਪ੍ਰੋਵਰਬ ਹੈ, ਉੱਥੋਂ ਦੀ ਇੱਕ ਕਹਾਵਤ ਹੈ, ਓਏ ਖਰਾਬ ਨਾ ਕਰੋ ਧਰਤੀ ਸਾਡੀ ਨਹੀਂ ਹੈਗੀ, ਇਹ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਧਰੋਹਰ ਹੈ। the earth is not ours, it is a gift for the future generations। ਨੈਕਸਟ, ਲੈਟਸ ਨਾਟ ਫੋਰਗੇਟ the martyrs। ਬੇਟੇ ਇਹਦੇ ਵਿੱਚ ਤੁਹਾਨੂੰ ਇੱਕ ਤਾਂ ਪੰਜ ਦੇ ਪੰਜ ਸ਼ਹੀਦਾਂ ਦੇ ਨਾਮ ਪਤਾ ਹੋਣੇ ਚਾਹੀਦੇ ਨੇ, ਇੱਕ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਕਿਹੜੇ ਉਹਨਾਂ ਨੂੰ ਸਨਮਾਨ ਮਿਲੇ ਨੇ, ਪਰਮਵੀਰ ਚੱਕਰ ਕਿਹੜੇ ਕਿਹੜੇ ਮਿਲੇ ਹੋਏ ਆ। ਇੱਕ ਤੁਸੀਂ ਇਹ ਯਾਦ ਕਰ ਲੈਣਾ ਹੈ ਕਿ ਕਿਹੜੇ ਸ਼ਹੀਦ ਕਿਹੜੀ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ। ਹਾਂ, ਓਕੇ ਓਕੇ ਓਕੇ, ਆਈ ਵਿਲ। ਔਰ ਕਿਹੜੇ ਸ਼ਹੀਦ ਕਿਹੜੀ ਵਾਰ 'ਚ ਸ਼ਹੀਦ ਹੋਏ ਸੀ, ਕਿਹੜੇ ਈਅਰ 'ਚ ਸ਼ਹੀਦ ਹੋਏ ਸੀ, ਕਿਹੜੀ ਪਲੇਸ ਤੇ ਸ਼ਹੀਦ ਹੋਏ ਸੀ। ਸੋ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ, ਇਹ ਪੰਜ ਦੇ ਪੰਜ ਮਾਰਟਰਸ ਬਾਰੇ ਤੁਸੀਂ ਯਾਦ ਕਰ ਲੈਣੀਆਂ ਨੇ। ਔਰ ਪੁਆਇੰਟਸ ਤੁਹਾਨੂੰ ਪਤਾ ਹੈ ਪਹਿਲਾਂ ਹੀ ਕੱਟ ਦਿੱਤੀਆਂ, ਓਨਲੀ 5 ਹੈ, ਸੋ ਪੰਜ ਦੀਆਂ ਪੰਜ ਦਾ ਸੈਂਟਰਲ ਆਈਡੀਆ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਣਾ ਚਾਹੀਦਾ। ਔਰ ਇੱਕ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਲਾਈਨਸ ਰਿਟਨ ਇਨ अर्ਲੀ ਸਪਰਿੰਗ ਤੇ ਮਦਰਸ ਡੇ 'ਚੋਂ ਬਹੁਤ ਵਾਰੀ ਸਟਾਂਜ਼ਾਸ ਆਏ ਹੋਏ ਆ। ਹੁਣ ਇਹ ਨਾ ਮੰਨ ਕੇ ਚੱਲਿਓ ਕਿ ਦੋ ਨੂੰ ਹੀ ਪੜ੍ਹਨਾ ਹੈ, ਕਿਉਂਕਿ ਬੇਟਾ ਮੈਨੂੰ ਨਹੀਂ ਪਤਾ ਪੇਪਰ ਕੀ ਹੈ, ਲੇਕਿਨ ਬਸ ਇਹ ਮੈਂ ਪਿਛਲੇ ਪੇਪਰਸ ਦੇ ਆਧਾਰ ਤੇ ਤੁਹਾਨੂੰ ਗੈਸ ਹੀ ਲਗਾ ਰਹੀ ਹਾਂ ਕਿ ਲਾਈਨਸ ਰਿਟਨ ਇਨ अर्ਲੀ ਸਪਰਿੰਗ ਚੋਂ ਅਕਸਰ ਹੀ ਪੈਰਾਗ੍ਰਾਫ ਆਉਂਦਾ ਹੀ ਆਉਂਦਾ ਹੈ, ਮਦਰਸ ਡੇ ਚੋਂ ਬਹੁਤ ਆਉਂਦਾ ਹੈ, ਔਰ ਉਸ ਗੁੱਸੇ ਚੋਂ ਵੀ ਆ ਜਾਂਦਾ ਹੈ, ਲੇਕਿਨ ਇਹਨਾਂ ਦੋ ਚੋਂ ਬਹੁਤ ਹੀ ਜ਼ਿਆਦਾ ਆਉਂਦਾ ਹੈ। ਦ ਲਿਟਲ ਬਲੈਕ ਬੋਏ ਵੀ ਬੜੀ ਇੰਪੋਰਟੈਂਟ ਪੋਇਮ ਹੈ, ਇਹ ਰੇਸਿਜ਼ਮ ਦੇ ਅਗੇਂਸਟ ਹੈ, ਔਰ ਇੱਕ ਮਦਰ ਆਪਣੇ ਬੱਚੇ ਨੂੰ ਸਮਝਾ ਰਹੀ ਹੈ। ਉਹ ਸਾਰੀ ਪੋਇਮ, ਵੈਸੇ ਪੂਰਾ ਸਿਲੇਬਸ ਮੇਰੀ ਜਿਹੜੀ ਆ ਨਾ ਉੱਥੇ ਡਿਸਕਸ ਕੀਤਾ ਪਿਆ, ਇੱਕ ਪੂਰੀ ਪਲੇਲਿਸਟ ਬਣੀ ਹੋਈ ਆ ਮੇਰੇ ਚੈਨਲ ਦੇ ਉੱਤੇ, ਉਹਦੇ ਵਿੱਚ ਤੁਹਾਨੂੰ ਸਭ ਕੁਝ ਮਿਲ ਜੂਗਾ। ਉਸ ਤੋਂ ਬਾਅਦ ਐਸਟ੍ਰੋਲੋਜਰਸ ਡੇ ਦੇ ਵਿੱਚੋਂ ਬੜੇ ਸਾਰੇ ਕੁਐਸਚਨਸ ਬਣਦੇ ਆ। ਸਭ ਤੋਂ ਪਹਿਲੇ ਤਾਂ ਰਾਈਟਰ ਬੜਾ ਇੰਪੋਰਟੈਂਟ ਹੁੰਦਾ, ਇਹਦਾ ਕੌਣ ਹੈ ਜੀ? ਆਰ ਕੇ ਨਾਰਾਇਣ। ਦੂਸਰਾ ਇਸ ਚੋਂ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਵੇਅਰ ਡਿਡ ਦ ਐਸਟ੍ਰੋਲੋਜਰ ਸਿਟ ਐਵਰੀ ਡੇ? ਹਾਂ, he sat under a tamarind tree। tamarind ਕੀ ਹੁੰਦਾ ਹੈ? ਇਮਲੀ। ਇਮਲੀ ਦੇ ਦਰਖਤ ਨੀਚੇ ਹਰ ਰੋਜ਼ ਬੈਠਦਾ ਹੈ। who were the other professionals around him? ਉਸ ਦੇ ਆਲੇ ਦੁਆਲੇ ਹੋਰ ਕਿਹੜੀਆਂ ਰੇਹੜੀਆਂ ਜਾਂ ਸ਼ਾਪਸ ਹੁੰਦੀਆਂ ਨੇ? ਹਮ ਹਮ magicians। ਹਮ 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 ਮੈਡੀਸਨ ਦਵਾਈਆਂ ਵੇਚਣ ਵਾਲੇ ਮੈਡੀਸਨ ਸੈਲਰਸ, ਦੈਨ ਜੰਕ ਡੀਲਰਸ ਕਬਾੜੀਏ, ਔਰ ਹੋਰ ਕੀ ਆ ਉਹਦੇ ਕੋਲ ਉਹਦੇ ਆਲੇ ਦੁਆਲੇ? ਮਜੀਸ਼ੀਅਨਸ, ਉੱਥੇ ਜਾਦੂ ਦਿਖਾਉਂਦੇ ਆ ਛੋਟਾ ਮੋਟਾ ਜਿਹਾ, ਇਹੋ ਜਿਹੇ ਤਮਾਸ਼ਾ ਕਰਨ ਵਾਲੇ ਹੁੰਦੇ ਆ। ਵਨ ਇੰਪੋਰਟੈਂਟ ਪਰਸਨ ਇਜ਼ ਦ ਫਰਾਈਡ ਗਰਾਊਂਡਨਟ ਵੈਂਡਰ। ਵੈਂਡਰ ਹੂ ਸੈਲਜ਼ ਫਰਾਈਡ ਗਰਾਊਂਡਨਟ। ਇੱਕ ਉਸਦੇ ਬਿਲਕੁਲ ਨਾਲ ਹੈ ਜਿਹੜਾ ਫਰਾਈਡ ਮੂੰਗਫਲੀਆਂ ਵੇਚਦਾ ਹੈ। ਔਰ ਕੀ ਐਸਟ੍ਰੋਲੋਜਰ ਕੋਲ ਆਪਣੀ ਲਾਈਟ ਹੈ? ਡਜ਼ ਦ ਐਸਟ੍ਰੋਲੋਜਰ ਹੈਵ ਹਿਜ਼ ਓਨ ਲਾਈਟ? No, he uses the light of groundnut vendor। ਮੂੰਗਫਲੀਆਂ ਵੇਚਣ ਵਾਲੇ ਦੀ ਲਾਈਟ ਯੂਜ਼ ਕਰ ਲੈਂਦਾ ਉਹ। ਓਕੇ, ਹਾਊ ਮੈਨੀ pies does he charge from his customers? ਇੱਕ ਕੁਐਸਚਨ ਲਈ 3 pies। 3 pies, ਇੱਕ ਕੁਐਸਚਨ ਲਈ 3 ਪਾਈ ਲੈਂਦਾ ਉਹ ਆਪਣੇ ਕਸਟਮਰਸ ਤੋਂ। what was the name of that stranger who came as a customer? ਇੱਕ ਅਜਨਬੀ ਆਇਆ ਸੀ ਉੱਥੇ ਲੜਾਕਾ ਜਿਹਾ, ਉਹਦਾ ਨਾਮ ਕੀ ਸੀ? ਗੁਰੂ ਨਾਨਕ। did the astrologer recognize ਗੁਰੂ ਨਾਨਕ? ਕੀ ਐਸਟ੍ਰੋਲੋਜਰ ਨੇ ਗੁਰੂ ਨਾਨਕ ਨੂੰ ਪਹਿਚਾਨ ਲਿਆ ਸੀ? ਬਿਲਕੁਲ ਠੀਕ ਹੈ ਬੇਟਾ, ਕੀ ਐਸਟ੍ਰੋਲੋਜਰ ਨੇ ਗੁਰੂ ਨਾਨਕ ਨੂੰ ਪਹਿਚਾਨ ਲਿਆ ਸੀ? yes, he recognized ਗੁਰੂ ਨਾਨਕ। did ਗੁਰੂ ਨਾਨਕ recognize the astrologer? ਕੀ ਗੁਰੂ ਨਾਨਕ ਨੇ ਉਹਨੂੰ ਪਛਾਣ ਲਿਆ ਸੀ? no, he did not recognize। ਅੱਛਾ, ਐਸਟ੍ਰੋਲੋਜਰ ਨੇ ਕਦੋਂ ਪਛਾਣਿਆ ਸੀ? how did he recognize? when he lighted the matchstick he saw the face and he recognized ਗੁਰੂ ਨਾਨਕ। ਜਦੋਂ ਨੇ ਮਾਚਿਸ ਜਲਾਈ ਸੀ, ਚਿਹਰਾ ਦੇਖ ਕੇ ਉਹਨੂੰ ਉਹਦੀ ਪਹਿਚਾਣ ਆ ਗਈ ਸੀ। ਠੀਕ ਹੈ ਨਾ, ਯਾਦ ਆ ਗਿਆ ਨਾ?
ਅੱਛਾ, ਅੱਗੇ ਇਹ ਪੁੱਛਦੇ ਹੁੰਦੇ ਆ ਕਿ ਗਰਾਊਂਡਨਟ ਵੈਂਡਰ ਆਪਣੀਆਂ ਮੂੰਗਫਲੀਆਂ ਦੇ ਕੀ ਨਾਮ ਰੱਖਦਾ ਰਹਿੰਦਾ ਸੀ? राजाज डेलिकेसीज, राजा के पकवान। देन दिल्ली आमंड, दिल्ली दे बादाम। बॉम्बे आइसक्रीम। यानी कि ਉਹ ਤਰ੍ਹਾਂ ਤਰ੍ਹਾਂ ਦੇ ਨਾਮ ਲੈਂਦਾ ਰਹਿੰਦਾ, ਪਰ ਹਰ ਵਾਰੀ ਵੇਚ ਕੀ ਰਿਹਾ ਹੁੰਦਾ ਹੈ? ਮੂੰਗਫਲੀਆਂ। ਤੇ ਉਹਦੇ ਰੰਗ ਬਿਰੰਗੇ ਜਿਹੇ ਨਾਮ ਦੇਖ ਕੇ ਉੱਥੇ ਲੋਕ ਬਹੁਤ ਆਉਂਦੇ ਆ, ਤੇ ਇਸ ਦਾ ਫਾਇਦਾ ਐਸਟ੍ਰੋਲੋਜਰ ਨੂੰ ਵੀ ਮਿਲ ਜਾਂਦਾ ਹੈ ਕਿ ਉਸ ਦੀ ਸ਼ਾਪ ਤੇ ਵੀ ਲੋਕ ਫਿਰ ਰੁਕਦੇ ਆ। ਓਕੇ, ਇੱਕ ਇੰਪੋਰਟੈਂਟ ਕੁਐਸਚਨ ਇਹਦੇ ਵਿੱਚੋਂ ਬਣਦਾ ਹੈ, what did the astrologer wear on his head? ਸਿਰ ਤੇ ਕੀ ਪਹਿਨਦਾ ਹੈ ਜੋਤਸ਼ੀ? ਕਿਸ ਕਲਰ ਦੀ? ਸੈਫ ਯੈਸ, ਸੈਫਰਨ ਕਲਰਡ ਟਰਬਨ, ਕੇਸਰੀ ਪੱਗ ਬੰਨ੍ਹਦਾ ਹੈ। ਹਾਂ। ਹਾਊ ਡਿਡ ਹੀ ਗਿਵ ਅ ਲੁੱਕ ਆਫ ਐਨ ਐਸਟ੍ਰੋਲੋਜਰ ਟੂ ਹਿਜ਼ ਫੇਸ? ਆਪਣੇ ਚਿਹਰੇ ਨੂੰ ਜੋਤਸ਼ੀ ਵਰਗਾ ਦਿਖਾਉਣ ਲਈ ਕੀ ਕਰਦਾ ਹੈ? ਹਮ he used sacred ash and vermilion on his forehead. ਹਮ ਹਮ ਹਾਂ, and wearing a saffron turban. ਇਹ ਦੋ ਚੀਜ਼ਾਂ ਨਾਲ ਉਹ ਆਪਣੇ ਆਪ ਨੂੰ ਜੋਤਸ਼ੀ ਵਰਗੀ ਲੁੱਕ ਦੇ ਦਿੰਦਾ ਹੈ। ਇੱਕ ਤਾਂ ਮੱਥੇ ਤੇ ਭਭੂਤ ਲਾ ਲੈਣਾ, ਇੱਕ ਹੋਰ ਕੀ ਕਰਨਾ, ਸੈਫਰਨ ਕਲਰ ਦੀ ਪਗੜੀ ਬੰਨ ਲੈਣਾ, ਇੱਕ ਬਹੁਤ ਸਾਰਾ ਚੱਕ ਕੇ ਕੀ ਲਾ ਲੈਂਦਾ, ਵਰਮੀਲੀਅਨ। ਵਰਮੀਲੀਅਨ ਮੀਨਸ ਸਿੰਦੂਰ। ਓਕੇ, ਟੈਲ ਮੀ, ਵਾਸ ਹੀ ਅ ਰੀਅਲ ਐਸਟ੍ਰੋਲੋਜਰ? He had no knowledge of astrology, so he was not a real astrologer. Okay, he came to the city to earn money. True ke false? ਸ਼ਹਿਰ 'ਚ ਪੈਸੇ ਕਮਾਉਣ ਆਇਆ ਸੀ? It is false. ਉਹ ਸ਼ਹਿਰ 'ਚ ਪੈਸੇ ਕਮਾਉਣ ਨਹੀਂ ਸੀ ਆਇਆ। He killed some person and he ran away from the village. ਕਿਸੇ ਦਾ ਕਤਲ ਕਰਕੇ ਭੱਜਿਆ ਸੀ, ਉਹ ਲੁਕਣ ਲਈ ਸ਼ਹਿਰ 'ਚ ਆਇਆ ਸੀ। ਸੋ ਸ਼ਹਿਰ 'ਚ ਪੈਸੇ ਕਮਾਉਣ ਨਹੀਂ ਸੀ ਆਇਆ। So here he disguised himself as an astrologer. ਇੱਥੇ ਆ ਕੇ ਉਹਨੇ ਭੇਸ਼ ਬਦਲ ਲਿਆ ਸੀ ਇੱਕ ਐਸਟ੍ਰੋਲੋਜਰ ਦੇ। ਇੱਕ ਹੋਰ ਬੜਾ ਇੰਪੋਰਟੈਂਟ ਕੁਐਸਚਨ ਹੈ, what did he say to his wife in the evening? ਜਦੋਂ ਘਰ ਜਾਂਦਾ ਆਪਣੀ ਪਤਨੀ ਨੂੰ ਕੀ ਕਹਿੰਦਾ ਹੈ? Hmm. Anyone else? He told his wife that now there was no burden on his head. He felt that he has killed a person, but that person is alive. ਮੇਰੇ ਦਿਮਾਗ ਤੇ ਹੁਣ ਕੋਈ ਬੋਝ ਨਹੀਂ ਰਿਹਾ, ਮੈਂ ਸੋਚ ਰਿਹਾ ਸੀ ਜਿਹਨੂੰ ਮੈਂ ਮਾਰਿਆ ਅੱਜ ਦੇਖਿਆ ਉਹ ਜ਼ਿੰਦਾ ਸੀ। Okay, ਚਲੋ, The Tiger in the Tunnel. The name of the writer is Ruskin Bond. Okay, what is the name of the main character? Baldev. Who was Baldev? A watchman. He was a tribal man. ਸੋ ਤੁਹਾਨੂੰ ਕੁਝ ਵੀ ਆਪਸ਼ਨ ਚ ਕੁਝ ਵੀ ਆ ਸਕਦਾ ਹੈ, ਉਹ ਟ੍ਰਾਈਬਲ ਮੈਨ ਸੀ, ਵਾਚਮੈਨ ਸੀ, ਦੋਨੋਂ ਚੀਜ਼ਾਂ ਸੱਚ ਨੇ। What was there at the back of the railway station? ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਕੀ ਸੀ? A dense forest. ਇੱਕ ਘਣਾ ਜੰਗਲ ਸੀ। What was the duty of ਬਲਦੇਵ? ਬਲਦੇਵ ਦਾ ਕੰਮ ਕੀ ਸੀ? His duty was to check if the tunnel is clear and then give signal to the train. ਉਹਨੇ ਦੇਖਣਾ ਹੁੰਦਾ ਸੀ ਕਿ ਕੀ ਸੁਰੰਗ ਸਾਫ਼ ਹੈ ਤੇ ਫਿਰ ਉਹਨੇ ਟ੍ਰੇਨ ਨੂੰ ਸਿਗਨਲ ਦੇਣਾ ਹੁੰਦਾ ਸੀ। ਓਕੇ, ਠੀਕ ਹੈ ਬੇਟਾ। ਹਾਂ, ਹੁਣ ਤੁਸੀਂ ਮੈਨੂੰ ਦੱਸੋ, ਹੂ ਅਟੈਕਡ ਬਲਦੇਵ? ਕਿਸਨੇ ਬਲਦੇਵ ਤੇ ਹਮਲਾ ਕੀਤਾ? Yes, the tiger. Okay, now tell me, what what was the tool in the hands of Baldev when the tiger attacked him? An an axe. ਹਾਂਜੀ, ਇੱਕ ਛੋਟੀ ਜਿਹੀ ਕੁल्हाड़ी ਸੀ।
ਹੁਣ ਮੈਨੂੰ ਤੁਸੀਂ ਟਰੂ ਫਾਲਸ ਦੱਸੋ। ਦ ਏਕਸ ਲੁਕਡ ਫਰੇਜਾਈਲ, ਬੜੀ ਨਾਜ਼ੁਕ ਜੀ ਲੱਗਦੀ ਸੀ ਉਹ ਕੁल्हाड़ी। ਟਰੂ ਕੇ ਫਾਲਸ? ਦੈਟਸ ਟਰੂ। ਦੇਖਣ 'ਚ ਬੜੀ ਨਾਜ਼ੁਕ ਲੱਗਦੀ ਸੀ। ਔਰ ਇਹ ਕੁल्हाड़ी ਕਿਹਦੀ ਸੀ? ਹਿਜ਼ ਫੋਰ ਫਾਦਰਸ। ਕਈ ਵਾਰੀ ਨਾ ਆਪਸ਼ਨ 'ਚ ਆ ਜਾਂਦਾ ਫਾਦਰ, ਤੇ ਬੱਚੇ ਸੋਚਦੇ ਆ ਫਾਦਰ, ਫਾਦਰ ਦੀ ਨਹੀਂ, ਫੋਰ ਫਾਦਰਸ। ਮਤਲਬ ਪਿਤਾ ਦੀ ਕੁल्हाड़ी ਨਹੀਂ ਸੀ, ਪੁਰਖਿਆਂ ਦੀ ਸੀ, ਪਿਤਾ ਤੋਂ ਵੀ ਪੁਰਾਣੀ ਸੀ। ਸੋ ਇਟ ਵਾਜ਼ ਐਨ ਏਕਸ ਆਫ। ਹਾਂਜੀ, ਕੀ ਪੁੱਛ ਰਹੇ ਹੋ? ਆਪਸ਼ਨਲ ਵੀ ਆ ਸਕਦਾ ਹੈ। ਆਬਜੈਕਟਿਵ ਟਾਈਪ ਬਹੁਤ ਸਾਰਾ ਹੈ। ਚਲੋ ਸਪੈਰੋਜ਼ ਤੇ ਆ ਜਾਓ। ਸਪੈਰੋਜ਼ ਦੇ ਵਿੱਚ ਮੈਂ ਅੱਛਾ, ਇਧਰੋਂ ਟਾਈਗਰ ਇਨ ਦਾ ਟਨਲ ਦੇ ਵਿੱਚ ਉਹਦਾ ਨਾਮ ਕੀ ਹੈ, ਉਸਦੇ ਬੇਟੇ ਦਾ? ਬਲਦੇਵ ਦੇ ਬੇਟੇ ਦਾ ਨਾਮ ਕੀ ਹੈ? ਟੇਂਬੂ। ਟੇਂਬੂ ਦੀ ਏਜ ਕਿੰਨੀ ਹੈ ਬੇਟਾ? ਏਜ ਕਿੰਨੀ ਹੈ? ਏਜ ਆਫ ਟੇਂਬੂ? 12 years। 12 years, okay। After the death of Baldev, Tembu joined as a watchman। True ke false? True। ਜਦੋਂ ਉਸਦੇ ਪਿਤਾ ਦੀ ਡੈਥ ਹੋ ਗਈ ਤਾਂ ਉਹ ਵੀ ਵਾਚਮੈਨ ਲੱਗ ਗਿਆ ਸੀ। ਚਲੋ ਨੈਕਸਟ, ਸਪੈਰੋਜ਼। ਹਾਂਜੀ, ਥੋੜੀ ਜਿਹੀ। ਸਪੈਰੋਜ਼ ਜਿਹੜਾ ਹੈ ਉਸਦੇ ਰਾਈਟਰ ਹੈਗੇ ਨੇ ਕੇ ਏ ਅब्बास, ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਸ ਦੀਆਂ ਸਟੋਰੀਜ਼ ਲਿਖੀਆਂ ਨੇ। ਸਪੈਰੋਜ਼ ਦਾ ਮੇਨ ਕੈਰੈਕਟਰ ਕੌਣ ਹੈ ਬੇਟਾ? ਰਹੀਮ ਖਾਨ। ਸੋ ਇਹ ਸਟੋਰੀ ਕਿਹਦੀ ਹੈ? ਰਹੀਮ ਖਾਨ ਦੀ। ਹੂ ਵਾਜ਼ ਰਹੀਮ ਖਾਨ? ਰਹੀਮ ਰਹੀਮ ਖਾਨ ਵਾਜ਼ ਅ ਫਾਰਮਰ। ਇੱਕ ਕਿਸਾਨ ਸੀ। ਪੀਪਲ ਡਿਸਲਾਈਕਡ ਰਹੀਮ ਖਾਨ। ਟਰੂ ਕੇ ਫਾਲਸ? ਲੋਕ ਉਸਨੂੰ ਬਿਲਕੁਲ ਪਸੰਦ ਨਹੀਂ ਕਰਦੇ ਸੀ। ਟਰੂ। People used to beat his children, his wife, his oxen। True ke false? ਰਹੀਮ ਖਾਨ ਆਪਣੇ ਪਤਨੀ, ਬੱਚੇ, ਬਲਦਾਂ ਨੂੰ ਮਾਰਦਾ ਹੁੰਦਾ ਸੀ, ਇਹ ਸੱਚ ਹੈ। He was called hard hearted devil। True ke false? ਪਿੰਡ ਦੇ ਲੋਕ ਉਸ ਨੂੰ ਸਖਤ ਦਿਲ ਰਾਖਸ਼ ਕਹਿੰਦੇ ਹੁੰਦੇ ਸੀ। That is true। ਸੋ ਕਹਾਣੀ ਦੇ ਸ਼ੁਰੂ 'ਚ ਹੀ ਸਭ ਕੁਝ ਦੱਸਿਆ ਗਿਆ ਸਾਨੂੰ। Okay, okay। Now tell me, what were the two ambitions of Rahim Khan? Most important question। ਦੱਸੋ, what were the two ambitions of Rahim Khan? Hmm. Yes, to marry Radha, a Hindu girl, and to join a circus। So ਇਹ ਉਹਦੀਆਂ ਦੋ ambitions ਸੀ। Were the ambitions fulfilled? ਕੀ ਇਹ ਪੂਰੀਆਂ ਹੋ ਗਈਆਂ ਸੀ ਇੱਛਾਵਾਂ? No, both of his ambitions were killed by his parents। ਉਸਦੇ ਮਾਤਾ ਪਿਤਾ ਨੇ ਉਹਦੀਆਂ ਦੋਨੋਂ ਇੱਛਾਵਾਂ ਖਤਮ ਕਰ ਦਿੱਤੀਆਂ ਸੀ। They told that Radha is a kafir and circus is a lowly work for a peasant family। ਉਸਦੇ ਮਾਤਾ ਪਿਤਾ ਨੇ ਕਿਹਾ ਕਿ ਰਾਧਾ ਹਿੰਦੂ ਹੈ, ਉਹਦੇ ਨਾਲ ਨਹੀਂ ਤੇਰਾ ਵਿਆਹ ਹੋ ਸਕਦਾ, ਕਾਫਿਰ ਹੈ, ਕਿਸੇ ਹੋਰ ਧਰਮ ਦੀ ਹੈ। ਜਦੋਂ ਕਿ ਜਿਹੜਾ ਹੈ ਇੱਕ ਅੱਛੇ ਕਿਸਾਨ ਪਰਿਵਾਰ ਦਾ ਬੱਚਾ, ਉਹ ਸਰਕਸ 'ਚ ਨਹੀਂ ਜਾ। ਉਸ ਤੋਂ ਬਾਅਦ ਹੀ ਉਹ ਹਾਰਡ ਹਾਰਟਡ ਬਣਿਆ ਸੀ। ਉਸ ਤੋਂ ਪਹਿਲੇ ਉਹ ਐਥਲੀਟ ਸੀ। ਟੈਲ ਮੀ ਦ ਨੇਮ ਆਫ ਟੂ ਗੇਮਸ ਇਨ ਵਿਚ ਹੀ ਵਾਜ਼ ਅ ਚੈਂਪੀਅਨ। ਜਦੋਂ 30 ਸਾਲ ਪਹਿਲਾਂ ਜਵਾਨ ਹੁੰਦਾ ਸੀ। ਹਾਂਜੀ। ਰੈਸਲਿੰਗ। ਇੱਕ ਹੋਰ ਹੁੰਦੀ ਹੈ ਪਾਣੀ ਨਾਲ ਰਿਲੇਟਡ। ਸਵਿਮਿੰਗ। ਸਵਿਮਿੰਗ, ਯੈਸ, ਹੀ ਵਾਜ਼ ਅ ਚੈਂਪੀਅਨ ਇਨ ਦੈਟ। ਹਾਂਜੀ। ਓਕੇ, ਟੈਲ ਮੀ ਦ ਨੇਮਸ ਆਫ ਹਿਜ਼ ਸਨਸ। ਨੂਰੂ ਐਂਡ ਬੁੰਦੂ। ਬੁੱਧੂ ਨਹੀਂ ਬੇਟਾ, ਬੁੰਦੂ। ਨੂਰੂ ਐਂਡ ਬੁੰਦੂ। ਓਕੇ। ਵੱਡਾ ਬੇਟਾ ਨੂਰੂ, ਛੋਟਾ ਬੇਟਾ ਬੁੰਦੂ। 6 ਸਾਲ ਪਹਿਲੇ ਘਰ ਛੱਡ ਕੇ ਗਿਆ ਸੀ ਨੂਰੂ, 3 ਸਾਲ ਪਹਿਲਾਂ ਘਰ ਛੱਡ ਕੇ ਗਿਆ ਸੀ ਬੁੰਦੂ। ਓਕੇ, ਟੈਲ ਮੀ ਦ ਨੇਮ ਆਫ ਹਿਜ਼ ਆਕਸਨ। ਕਈ ਵਾਰੀ ਇਹ ਵੀ ਪੁੱਛ ਲੈਂਦੇ ਉਹਦੇ ਬਲਦਾਂ ਦੇ ਨਾਂ ਕੀ ਸੀ? ਨੱਥੂ ਐਂਡ ਛਿੱਦੂ। ਕੀ ਸੀ ਬੇਟਾ? ਹਾਂ, ਬਲਦਾਂ ਦੇ ਨਾਮ ਨੱਥੂ ਤੇ ਛਿੱਦੂ। ਬਲਦਾਂ ਦੇ ਨਾਮ ਮੈਂਸ਼ਨ ਵੀ ਨੇ ਔਰ ਪੇਪਰ 'ਚ ਕੁਐਸਚਨ ਵੀ ਆ ਸਕਦਾ। ਬੱਚੇ ਅਕਸਰ ਛੱਡ ਦਿੰਦੇ, ਇੱਕ ਲਾਈਨ ਹੀ ਆ ਬਸ ਇਹਨਾਂ ਬਾਰੇ।
ਕਿ ਜਦੋਂ ਜਦੋਂ ਖੁਸ਼ ਰਹਿਣ ਲੱਗ ਜਾਂਦਾ ਹੈ, ਨੱਥੂ ਛਿੱਦੂ ਨੂੰ ਮਾਰਨਾ ਛੱਡ ਦਿੰਦਾ ਹੈ, ਨੱਥੂ ਤੇ ਛਿੱਦੂ ਵੀ ਖੁਸ਼ ਰਹਿਣ ਲੱਗ ਜਾਂਦੇ ਆ। ਠੀਕ ਹੈ, ਤਾਂ ਨੱਥੂ ਛਿੱਦੂ ਉਹਦੇ ਬੈਲ ਦੇ ਨਾਮ ਨੇ, ਜਿਹੜੇ ਦੋ ਬਲਦ ਹੁੰਦੇ ਨੇ। ਓਕੇ ਟੈਲ ਮੀ, ਓਕੇ ਟੈਲ ਮੀ, ਨੈਕਸਟ ਇੰਪੋਰਟੈਂਟ ਕੁਐਸਚਨ। ਨੂਰੂ ਵੱਡਾ ਸੀ ਬੇਟਾ, ਬੁੰਦੂ ਛੋਟਾ ਸੀ। ਨੂਰੂ, ਅੱਛਾ ਇੱਕ ਸੀਨ ਦੇ ਵਿੱਚ ਜਿੱਥੇ ਉਹਦੀ ਡੈਥ ਹੋਣ ਵਾਲੀ ਹੁੰਦੀ ਆ, ਉਹ ਕਹਿ ਰਿਹਾ ਹੁੰਦਾ ਹੈ, ਉਹ ਨੂਰੂ ਉਹ ਬੁੰਦੂ ਹੂ ਵਿਲ ਫੀਡ ਯੂ। ਕਿਹਦੇ ਨਾਲ ਗੱਲ ਕਰ ਰਿਹਾ ਹੁੰਦਾ ਹੈ? ਉਹ ਨੂਰੂ ਉਹ ਬੁੰਦੂ, ਤੁਹਾਨੂੰ ਮੇਰੇ ਪਿੱਛੋਂ ਕੌਣ ਖਾਣਾ ਖਵਾਊਗਾ? ਸਪੈਰੋਜ਼ ਦੇ ਬੱਚਿਆਂ ਨਾਲ। ਯੈਸ। ਓਕੇ, ਨੈਕਸਟ ਦਾ ਮਾਡਲ ਮਿਲੀਅਨਰ ਆਪਾਂ ਰਿਵਾਈਜ਼ ਕਰ ਹੀ ਲਿਆ। ਪੰਜ ਪਰਮੇਸ਼ਵਰ ਤੁਹਾਨੂੰ ਪੜ੍ਹਾ ਦਿੱਤਾ ਹੈ ਉਹਨਾਂ ਨੇ, ਗੁਰਜੰਟ ਨੇ। ਐਨੀ ਕੁਐਸਚਨ ਨਾਓ ਫਰੋਮ the whole syllabus? ਨਰੇਸ਼ਨ ਦਾ ਮੈਂ ਬੇਟਾ ਲਿੰਕ ਪਾਤਾ, ਇਹ ਲੈਂਥੀ ਟੌਪਿਕ ਹੈ, ਸੋ ਇਸ ਤਰ੍ਹਾਂ ਜ਼ੂਮ ਕਲਾਸ 'ਚ ਇੱਕਦਮ ਕਰਵਾਉਣਾ ਮੁਸ਼ਕਿਲ ਹੈ। ਇਸ ਦੇ ਤਿੰਨ ਪਾਰਟਸ ਨੇ, ਤਿੰਨ ਵੀਡੀਓਜ਼ ਮੈਂ ਤੁਹਾਨੂੰ ਭੇਜਦੀਆਂ ਨੇ, ਅਗਰ ਤੁਸੀਂ ਉਹ ਵੀਡੀਓ ਦੇਖੋਗੇ ਤੁਹਾਨੂੰ ਇੰਨਾ ਕਲੀਅਰ ਸਮਝ ਆਊਗਾ। ਅਨਸੀਨ ਮੀਨਸ ਅਨਸੀਨ। ਹਾਂ, ਉਹ ਗ੍ਰਾਮਰ ਵਾਲੇ ਕਰ ਲਓ। ਇੱਕ ਤਾਂ ਇੱਕ ਪੈਸੇਜ ਤਾਂ ਕਿਤੋਂ ਵੀ ਆਊਗਾ, ਜੋ 10 ਮਾਰਕਸ ਦਾ ਹੈ, ਉਹਦਾ ਕੁਝ ਨਹੀਂ ਪਤਾ ਕਿੱਥੋਂ ਆਊਗਾ। ਸੈਕਿੰਡ ਪੈਸੇਜ ਜੋ 6 ਕੁਐਸਚਨਸ ਵਾਲਾ ਹੈ, ਉਹ ਗ੍ਰਾਮਰ ਦੇ ਪੈਸੇजेस ਸਾਰੇ ਉਹਨਾਂ ਦੇ ਵਿੱਚੋਂ ਹੀ ਆ ਸਕਦੇ। ਸਮਰੀ ਨਹੀਂ ਆਉਂਦੀ ਬੇਟਾ, ਸਿਰਫ ਸੈਂਟਰਲ ਆਈਡੀਆ ਆਫ ਦ ਪੋਇਮਸ। ਔਰ ਪੋਇਮਸ ਜੋ ਇੱਕ ਸਟਾਂਜ਼ਾ ਵੀ ਆਏਗਾ, ਸਟਾਂਜ਼ਾ ਦੇ 4 ਕੁਐਸਚਨਸ, ਯਾਨੀ ਕਿ 7 ਮਾਰਕਸ ਦਾ ਤੁਹਾਨੂੰ ਪੋਇਟਰੀ ਚੋਂ ਕੁਐਸਚਨ ਆਣਗੇ। ਇੱਕ ਤਾਂ 4 ਮਾਰਕਸ ਦਾ ਤਾਂ ਤੁਹਾਨੂੰ ਸਟਾਂਜ਼ਾ ਵਿਦ ਕੁਐਸਚਨਸ, ਔਰ 3 ਮਾਰਕਸ ਦਾ ਸੈਂਟਰਲ ਆਈਡੀਆ। ਟੋਟਲ ਕਿੰਨੇ ਮਾਰਕਸ ਦਾ ਪੇਪਰ ਹੈ? ਮੈਂ ਸਟਰਕਚਰ ਦੀ ਵੀਡੀਓ ਵੀ ਪਾਈ ਸੀ, ਤੁਹਾਨੂੰ ਸਮਝਾਇਆ ਵੀ ਸੀ। ਟੋਟਲ ਪੇਪਰ ਕਿੰਨੇ ਮਾਰਕਸ ਦਾ ਆਏਗਾ ਤੁਹਾਨੂੰ ਹੁਣ? 80 ਮਾਰਕਸ, ਵੈਰੀ ਗੁੱਡ। ਔਰ ਤੁਸੀਂ ਕਿੰਨੇ ਲੈਣੇ ਆ 80 ਚੋਂ? ਤੁਸੀਂ 80 ਚੋਂ 80 ਲੈਣੇ ਆ। ਦੇਖੋ ਉੱਪਰ ਟੌਪ ਤੇ ਮੇਰੀ ਸਲਾਈਡ ਦੇ ਕੀ ਲਿਖਿਆ ਹੈ? ਮਿਸ਼ਨ 100 on 100, ਮਿਸ਼ਨ 100%। ਓਕੇ ਬੱਚੇ, ਆਲ ਦ ਬੈਸਟ। ਕਲਾਸ ਹੁਣ ਮੈਂ ਲੀਵ ਕਰਦੀ ਹਾਂ, ਆਪਣੀ ਬਹੁਤ ਲੰਬੀ ਕਲਾਸ ਹੋ ਗਈ। ਥੈਂਕ ਯੂ ਫॉर ਬੀਇੰਗ ਵਿਦ ਮੀ। ਆਈ ਹੋਪ ਕਿ ਤੁਹਾਡੀ ਰਿਵੀਜ਼ਨ ਜੀ ਹੋ ਗਈ ਹੋਣੀ, ਔਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖੋਗੇ। ਤੇ ਪਲੀਜ਼ ਇਹ ਨਹੀਂ ਹੈ ਕਿ ਮੈਂ ਇਹਦੇ ਬਾਰੇ ਹਾਲੇ ਤੱਕ ਕੋਈ ਅਪਡੇਟ ਨਹੀਂ ਹੈ। ਤੁਸੀਂ ਆਪਣੇ ਆਪਣੇ ਸਕੂਲ ਗਰੁੱਪਸ ਦੇ ਉੱਤੇ ਪੂਰਾ ਧਿਆਨ ਰੱਖੋ। ਅਗਰ ਕੋਈ ਲੈਟਰ ਜਾਂ ਕੋਈ ਮੈਸੇਜ ਆਉਂਦਾ, ਨਾਲ ਦੀ ਨਾਲ ਅਸੀਂ ਫਲੈਸ਼ ਕਰਾਂਗੇ। ਠੀਕ ਹੈ ਬੇਟੇ, ਕੋਈ ਵੀ ਅਪਡੇਟ ਆਇਆ ਤੁਹਾਨੂੰ ਹਾਂਜੀ। ਅਗਰ ਮੈਨੂੰ ਕੋਈ ਵੀ ਕਨਫਰਮਡ ਨਿਊਜ਼ ਮਿਲਦੀ ਹੈ, ਮੈਂ ਤਾਂ ਤੁਹਾਨੂੰ ਦੱਸੂਗੀ, ਕਿਉਂਕਿ ਹਾਲੇ ਤੱਕ ਕਨਫਰਮਡ ਨਿਊਜ਼ ਕੋਈ ਨਹੀਂ ਹੈਗੀ ਮੇਰੇ ਕੋਲ। ਹਾਲੇ ਤੱਕ ਪੇਪਰ ਦੀ ਕੈਂਸਲ ਦਾ ਕੋਈ ਲੈਟਰ, ਕੋਈ ਮੈਸੇਜ ਨਹੀਂ ਆਇਆ ਹੈਡ ਆਫਿਸ ਵੱਲੋਂ। ਓਕੇ ਜੀ। ਹਾਂ, ਤੁਹਾਨੂੰ ਮੈਂ ਗਰੁੱਪਸ ਦੇ ਵਿੱਚ ਦੱਸ ਦੂੰਗੀ ਅਗਰ ਕੁਝ ਪਤਾ ਲੱਗਾ। ਓਕੇ ਬੇਟਾ, ਥੈਂਕ ਯੂ ਫॉर ਬੀਇੰਗ ਵਿਦ ਮੀ। ਐਡਵਰਟੀਜ਼ਮੈਂਟ ਜੋ ਬੁక్స్ 'ਚ ਦੇ ਰੱਖੀਆਂ ਨਾ ਬੱਚੇ, ਉਹ ਉਨੀਆਂ ਹੀ ਇਨਫ ਹੈ। ਸੋਲਡ ਐਡਵਰਟੀਜ਼ਮੈਂਟ ਕਰ ਲਓ, ਦੈਟ ਇਜ਼ ਇਨਫ। ਬੁੱਕ ਦਾ ਵੀ ਮੇਰੇ ਕੋਲ ਸੋਲੂਸ਼ਨ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਗਰੁੱਪ ਦੇ ਵਿੱਚ ਪੀਡੀਐਫ ਪਾਇਆ ਹੈ, ਦੋਨੋਂ ਬੁੱਕਸ ਦੇ। ਹਾਲੇ ਵੀ ਅਗਰ ਕਿਸੇ ਕੋਲ ਬੁੱਕ ਨਹੀਂ ਹੈ, ਤੁਹਾਡੇ ਕੋਲ ਗ੍ਰਾਮਰ ਦਾ ਕੁਝ ਨਹੀਂ ਹੈ, ਤੁਹਾਨੂੰ ਮੈਂ ਇੱਕ ਵਾਰ ਫੇਰ ਗਰੁੱਪ ਦੇ ਵਿੱਚ ਪੀਡੀਐਫ ਪਾ ਦਿੰਨੀ ਆ। ਓਕੇ, ਕਿਹੜੇ ਗਰੁੱਪ ਦੇ ਵਿੱਚ ਪਾਵਾਂ ਬੇਟੇ? ਕਿਉਂਕਿ ਮੇਰੇ ਕੋਲ ਮੇਰੇ ਸਕੂਲ ਦੇ 6 ਗਰੁੱਪਸ ਨੇ ਤੇ। ਓਕੇ ਬੇਟਾ, ਠੀਕ ਹੈ। ਓਕੇ, ਮੈਂ ਸਾਰੇ ਗਰੁੱਪਸ 'ਚ ਇੱਕ ਵਾਰ ਗ੍ਰਾਮਰ ਦੀ ਪੀਡੀਐਫ ਪਾਨੀ ਆ। ਬੜੇ ਆਰਾਮ ਨਾਲ ਤੁਸੀਂ ਉਹਨੂੰ ਪੜ੍ਹਦੇ ਰਹੋ। ਬਾਕੀ ਜਿਹੜੀਆਂ ਡੇਲੀ ਸਲਾਈਡਸ ਆਉਂਦੀਆਂ ਨੇ, ਉਹ ਸਾਰਾ ਬੁੱਕ ਬੇਸਡ ਹੀ ਹੈ। ਓਕੇ, ਆਲ ਦ ਬੈਸਟ ਬੇਟਾ। ਓਕੇ ਜੀ, ਗੁੱਡ ਨਾਈਟ ਜੀ।